ਜਿਹੜੇ ਇਸ ਪਾਗਲਪਨ ਵਿੱਚ ਸ਼ਾਮਿਲ ਨਹੀਂ ਹੋਣਗੇ ਮਾਰੇ ਜਾਣਗੇ, ਕਟਘਰੇ ਵਿੱਚ ਖੜੇ ਕਰ ਦਿੱਤੇ ਜਾਣਗੇ। ਜਿਹੜੇ ਵਿਰੋਧ ਵਿੱਚ ਬੋਲਣਗੇ, ਜਿਹੜੇ ਸੱਚ ਬੋਲਣਗੇ, ਮਾਰੇ ਜਾਣਗੇ। ਮੈਂ ਅੱਜ ਗੱਲ ਕਰ ਰਹੀ ਹਾਂ BBC ਦੀ, ਜਿਹੜੇ ਵਿਰੋਧ ਵਿੱਚ ਬੋਲਣ ਕਰਕੇ ਲੱਗਦਾ ਹੈ ਮਾਰੇ ਜਾ ਰਹੇ ਨੇ। ਹੈਲੋ ਐਂਡ ਵੈਲਕਮ, ਮੈਂ ਹਮੇਸ਼ਾ ਬਾਜਵਾ ਚੌਧਰੀ। BBC ਬ੍ਰਿਟਿਸ਼ ਬ੍ਰੌਡਕਾਸਟਰ ਨੇ, ਪਬਲਿਕ ਬ੍ਰੌਡਕਾਸਟਰ ਨੇ UK ਦੇ, ਜਿਨ੍ਹਾਂ ਦੇ ਮੁੰਬਈ ਤੇ ਦਿੱਲੀ ਆਫਿਸ ਵਿੱਚ ਇਸ ਵੇਲੇ ਇਨਕਮ ਟੈਕਸ ਦੇ ਸਰਵੇ ਕੀਤੇ ਜਾ ਰਹੇ ਨੇ। ਸਰਵੇ, ਇਹ ਪੋਲਾ ਨਾਮ ਰੱਖਿਆ ਉਹਨਾਂ ਨੇ, ਐਕਚੁਅਲੀ ਇਹਨੂੰ ਰੇਡ ਵੀ ਕਹਿ ਸਕਦੇ ਹਾਂ। 14 ਫੈਬ ਨੂੰ ਰੇਡ ਸ਼ੁਰੂ ਹੋਈ ਸੀ, ਅੱਜ 15 ਹੈ, ਅੱਜ ਵੀ ਇਹ ਕੰਟੀਨਿਊਡ ਹੈ। ਔਰ ਰੇਡਸ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਹੈ। ਸਰਵੇ ਤੇ ਰੇਡ ਦਾ ਬੁਨਿਆਦੀ ਫਰਕ ਦੱਸਦਾ। ਸਰਵੇ ਦੇ ਦੌਰਾਨ ਜਦੋਂ ਤੁਸੀਂ ਕਿਸੇ ਨੂੰ ਸਵਾਲ ਜਵਾਬ ਕਰਦੇ ਹੋ ਤੇ ਉਹਦੀਆਂ ਚੀਜ਼ਾਂ ਸੀਜ਼ ਨਹੀਂ ਕਰਦੇ ਹੋ। ਰੇਡ ਦੇ ਵਿੱਚ ਤੁਸੀਂ ਸੀਜ਼ ਕਰਦੇ ਹੋ ਐਵੀਡੈਂਸਿਸ ਨੂੰ, ਡਾਕੂਮੈਂਟਸ ਨੂੰ। ਪਰ ਸਰਵੇ ਕਹਿ ਕੇ ਇੱਥੇ BBC ਦੇ ਡਾਕੂਮੈਂਟਸ ਜਾਂ ਉਹਨਾਂ ਦੀਆਂ ਚੀਜ਼ਾਂ ਉਹ ਕਲੋਨ ਵੀ ਕੀਤੀਆਂ ਜਾ ਰਹੀਆਂ ਨੇ ਤੇ ਸੀਜ਼ ਵੀ ਕੀਤੀਆਂ ਜਾ ਰਹੀਆਂ ਨੇ। ਕਿਉਂ ਕੀਤਾ ਜਾ ਰਿਹਾ? ਇਨਕਮ ਟੈਕਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਟੈਕਸੇਸ਼ਨ ਤੇ ਟ੍ਰਾਂਸਫਰ ਪ੍ਰਾਈਸਿੰਗ ਇਰੈਗੂਲੈਰਿਟੀਜ਼, ਵਿੱਤੀ ਅਨਿਯਮਿਤਤਾ ਨੂੰ ਜਾਂਚਣ ਲਈ ਇਨਕਮ ਟੈਕਸ ਡਿਪਾਰਟਮੈਂਟ ਇਹ ਕਹਿ ਰਹੀ ਹੈ ਕਿ ਇਹ ਜਾਂਚ ਇਸ ਵੇਲੇ ਸਰਵੇ ਕੀਤਾ ਜਾ ਰਿਹਾ ਹੈ। ਕਿਉਂ ਕੀਤਾ ਜਾ ਰਿਹਾ ਹੈ? ਕਿਸ ਕਾਰਨ ਕੀਤਾ ਜਾ ਰਿਹਾ ਹੈ? ਹੁਣ ਦੇਖੋ, ਇੱਕ ਡਾਕੂਮੈਂਟਰੀ ਆਈ ਸੀ 24 ਜਨਵਰੀ ਨੂੰ BBC ਵੱਲੋਂ, ਇੰਡੀਆ ਦਾ ਮੋਦੀ ਕੁਐਸਚਨ। ਹੁਣ ਇੱਦਾਂ ਲੱਗ ਰਿਹਾ ਕਿ ਇਹ ਨਾ ਮੋਦੀ ਸਰਕਾਰ ਦਾ ਜਵਾਬ ਹੈ BBC ਨੂੰ। ਇਟ ਕੁਡ ਬੀ ਕਾਲਡ BBC ਦੀ ਇਨਕਮ ਟੈਕਸ ਕੁਐਸਚਨ, ਕਿਉਂਕਿ ਇਹਨੂੰ ਰਿਵੈਂਜ ਦੀ ਤਰ੍ਹਾਂ ਵੀ ਦੇਖਿਆ ਜਾ ਰਿਹਾ ਹੈ ਕਿ ਇਹ ਬਦਲੇ ਦੀ ਨੀਤ ਨਾਲ ਇਸ ਤਰ੍ਹਾਂ ਦੀਆਂ ਸਰਵੇਜ਼, ਇਨਕਮ ਟੈਕਸ ਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ BBC ਤੇ ਦਿੱਲੀ ਤੇ ਮੁੰਬਈ ਆਫਿਸਿਸ ਤੇ। 2 ਦਿਨ ਤੋਂ ਉਹਨਾਂ ਦੇ ਪੂਰੇ ਸਟਾਫ ਨੂੰ ਉੱਥੇ ਇੱਕ ਤਰ੍ਹਾਂ ਨਾਲ ਸਵਾਲਾਂ ਜਵਾਬਾਂ 'ਚ ਘੇਰ ਕੇ ਰੱਖਿਆ ਹੋਇਆ। ਉਹਨਾਂ ਦੇ ਫੋਨ ਸੀਜ਼ ਕੀਤੇ ਗਏ ਨੇ, ਡੈਸਕਟਾਪ ਤੱਕ ਖੰਗਾਲੇ ਜਾ ਰਹੇ ਨੇ, ਉਹਨਾਂ ਦਾ ਐਡੀਟੋਰੀਅਲ ਕੰਟੈਂਟ ਤੱਕ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਡੇ ਸਾਹਮਣੇ ਰਿਵੀਲ ਕਰੋ। ਸੋ ਇਸ ਵੇਲੇ ਇਹਨੂੰ ਬਦਲੇ ਦੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਇਹਦੇ ਤੇ ਸਿਆਸਤ ਆਫਕੋਰਸ ਪੱਖੀ ਹੋਈ ਹੈ। ਕੋਈ ਵੀ ਮੁੱਦਾ ਹੋਵੇ ਜਿੱਥੇ ਸੱਤਾ ਪਕਸ਼ ਨੂੰ ਘੇਰਿਆ ਜਾ ਸਕਦਾ ਹੋਏ ਤੇ ਆਪੋਜੀਸ਼ਨ ਉਹਦੇ ਤੇ ਚੁੱਪ ਨਹੀਂ ਰਹਿੰਦੀ ਹੈ। ਇੱਥੇ ਵੀ ਇੱਦਾਂ ਹੀ ਹੋ ਰਿਹਾ ਹੈ। ਅਲੱਗ-ਅਲੱਗ ਤਰੀਕੇ ਨਾਲ ਆਪਣਾ ਲੌਜਿਕ ਦੇ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋ ਰਹੀ ਹੈ। ਆਪੋਜੀਸ਼ਨ ਤਾਂ ਖੁੱਲ੍ਹ ਕੇ ਕਹਿ ਰਹੀ ਹੈ ਕਿ ਇਟ ਇਜ਼ ਰਿਵੈਂਜ ਦੈਟ ਇਜ਼ ਬੀਨ ਡਨ ਰਾਈਟ ਨਾਓ। ਮੋਦੀ ਸਰਕਾਰ ਰਿਵੈਂਜ ਲੈ ਰਹੀ ਹੈ BBC ਤੋਂ, ਕਿਉਂਕਿ ਉਹਨਾਂ ਨੇ ਇੰਡੀਆ ਦਾ ਮੋਦੀ ਕੁਐਸਚਨ ਡਾਕੂਮੈਂਟਰੀ ਬਣਾਈ ਸੀਗੀ, ਜਿਹੜੀ ਕਿ ਸਰਕਾਰ ਨੇ ਤੇ BJP ਨੇ ਕਿਹਾ ਸੀਗਾ ਕਿ ਪ੍ਰੋਪੇਗੈਂਡਾ ਹੈ ਅਗੇਂਸਟ ਇੰਡੀਆ। ਸੋ ਉਹਦਾ ਬਦਲੇ ਵਜੋਂ ਦੇਖਿਆ ਜਾ ਰਿਹਾ ਇਸ ਕਾਰਵਾਈ ਨੂੰ। ਇਹਦੇ ਤੇ ਜੋ ਆਪੋਜੀਸ਼ਨ ਕਹਿ ਰਹੀ ਹੈ ਉਹ ਇੰਨਾ ਸਟਰਾਈਕਿੰਗ ਨਹੀਂ ਹੈ। ਜੋ ਸੱਤਾ ਧਿਰ ਦੇ ਪ੍ਰਵਕਤਾ ਇੰਨੇ ਨਿਕੰਮੇ ਬਿਆਨ ਦੇ ਰਹੇ ਨੇ, ਉਸ ਜ਼ਿਆਦਾ ਸਟਰਾਈਕਿੰਗ ਉਹਨਾਂ ਦੀਆਂ ਕਨਵਰਸੇਸ਼ਨਸ ਲੱਗ ਰਹੀਆਂ, ਕਿਉਂਕਿ ਉਹ ਸੈਲਫ ਕੰਟਰਾਡਿਕਟਰੀ ਵੀ ਲੱਗ ਰਹੀਆਂ ਨੇ। BJP ਦੇ ਕੁਝ ਪ੍ਰਵਕਤਾ ਕਹਿੰਦੇ ਸੁਣੇ ਗਏ ਕਿ ਕਾਂਗਰਸ ਤੇ BBC ਮਿਲੇ ਹੋਏ ਨੇ ਤੇ ਇਹ ਪ੍ਰੋਪੇਗੈਂਡਾ ਮਿਲ ਕੇ ਕਰ ਰਹੇ ਨੇ ਮੋਦੀ ਸਰਕਾਰ ਨੂੰ ਬਦਨਾਮ ਕਰਾਉਣ ਲਈ। ਇਸੇ ਸੈਂਟੈਂਸ ਦੇ ਨਾਲ ਹੀ ਸਾਹ ਲਏ ਬਗੈਰ ਅੱਗੇ ਉਹ ਕਹਿੰਦੇ ਨੇ ਕਿ ਇੱਦਾਂ ਨਹੀਂ ਹੈ ਕਿ BBC ਨੂੰ ਪਹਿਲੀ ਵਾਰੀ ਕੋਈ ਇੱਦਾਂ ਬੈਨ ਕਰ ਰਿਹਾ ਜਾਂ ਉਹਦੇ 'ਤੇ ਸਸਪੀਸ਼ੀਅਸ ਹੋ ਰਿਹਾ। ਕਾਂਗਰਸ ਦੀ ਜਦੋਂ ਸਰਕਾਰ ਸੀ ਇੰਦਰਾ ਗਾਂਧੀ ਦੇ ਟਾਈਮ, ਉਦੋਂ BBC ਨੂੰ ਇੰਡੀਆ 'ਚ ਬੈਨ ਕਰ ਦਿੱਤਾ ਗਿਆ ਸੀ। ਹੁਣ ਉਹ 2 ਗੱਲਾਂ ਕਹਿ ਰਹੇ ਨੇ ਇੱਕੋ ਸਾਹ 'ਚ। ਇੱਕ ਤਾਂ ਉਹ ਕਹਿ ਰਹੇ ਨੇ ਕਿ ਕਾਂਗਰਸ ਤੇ BBC ਇੱਕ ਗੱਲ ਹੈ ਇਹਨਾਂ ਦੀ ਤੇ ਇਹ ਕੌਨਸਪੀਰੇਸੀ ਕਰ ਰਹੇ ਨੇ। ਦੂਜਾ ਕਿ ਕਿਉਂਕਿ ਇਹ ਕਾਂਗਰਸ ਨੇ ਵੀ ਕੀਤਾ ਸੀਗਾ ਤੇ BJP ਵੀ ਕਰ ਰਹੀ ਹੈ ਤੇ ਕੌਣ ਸੀ ਬੜੀ ਬਾਤ ਹੋ ਗਈ BBC ਦੇ ਜਿਹੜਾ ਐਕਸ਼ਨ ਲੈ ਰਹੀ ਹੈ। ਸੋ ਇਹ ਅਜੀਬ ਜਿਹਾ ਸੈਲਫ ਕੰਟਰਾਡਿਕਟਰੀ ਉਹਨਾਂ ਦਾ ਸਟੇਟਮੈਂਟ ਹੈ। ਜਾਂ ਤਾਂ ਉਹ ਕਹਿ ਰਹੇ ਨੇ ਕਿ ਕਾਂਗਰਸ ਜਦੋਂ ਸੱਤਾ ਧਿਰ ਸੀਗਾ, ਕਿਉਂਕਿ ਅੱਛਾ ਵਾਟ ਇਜ਼ ਨੋਟੇਬਲ ਇਜ਼ ਕਿ ਜਦੋਂ ਵਾਕਈ ਕਾਂਗਰਸ ਨੇ ਵੀ ਇੱਦਾਂ ਦੇ ਬੈਨ ਲਗਾਏ ਸੀ BBC ਤੇ। ਉਹਨਾਂ ਨੇ 2 ਜਿਹੜੀਆਂ ਡਾਕੂਮੈਂਟਰੀਜ਼ ਉਦੋਂ ਬਣਾਈਆਂ ਸੀ, ਇੱਕ ਫੈਂਟਮ ਇੰਡੀਆ ਕਰਕੇ ਸੀ ਤੇ ਕੈਲਕਟਾ। ਉਦੋਂ ਇੰਦਰਾ ਗਾਂਧੀ ਸਰਕਾਰ ਨੇ BBC ਨੂੰ ਬੈਨ ਕਰਤਾ ਸੀਗਾ ਇੰਡੀਆ 'ਚੋਂ, ਤੇ ਇਹ ਕਿਹਾ ਸੀਗਾ ਕਿ ਐਂਟੀ ਇੰਡੀਆ ਕੰਟੈਂਟ ਹੈ, ਐਂਟੀ ਇੰਡੀਆ ਇਹ ਜਿਹੜਾ ਪ੍ਰੋਪੇਗੈਂਡਾ ਹੈ ਇਸ ਕਰਕੇ। ਤੇ ਹੁਣ ਵੀ ਇਹ ਸਿਮਿਲੈਰਿਟੀ ਹੈ ਕਿ ਹੁਣ ਦੀ ਸਰਕਾਰ, ਮੋਦੀ ਸਰਕਾਰ ਵੀ ਐਗਜ਼ੈਕਟਲੀ ਇਹ ਗੱਲਾਂ ਕਹਿ ਰਹੀ ਹੈ ਕਿ ਮੋਦੀ ਸਰਕਾਰ ਤੇ ਟਾਰਗੇਟ ਕੀਤਾ ਗਿਆ ਹੈ। ਇਹ ਮੋਦੀ ਸਰਕਾਰ ਤੇ ਅਟੈਕ ਨਹੀਂ ਹੈ, ਇਹ ਇੰਡੀਆ ਤੇ, ਐਂਟੀ ਇੰਡੀਆ ਉਸ ਡਾਕੂਮੈਂਟਰੀ ਨੂੰ ਕਰਾਰ ਦਿੱਤਾ ਗਿਆ। ਬਹਰਹਾਲ ਸਵਾਲ ਫਿਰ ਇੱਥੇ ਆ ਜਾਂਦਾ ਹੈ ਕਿ ਇਹ ਜਿਹੜੇ ਸੱਤਾ ਧਿਰ ਦੇ ਲੋਕ ਬੋਲ ਰਹੇ ਨੇ BBC ਦੇ ਅਗੇਂਸਟ ਤੇ ਆਪਣੀ ਸਰਕਾਰ ਦੇ ਹੱਕ 'ਚੋਂ ਕੀ ਕਹਿਣਾ ਚਾਹੁੰਦੇ ਨੇ ਕਿ BJP ਵੀ ਉੱਦਾਂ ਦੀ ਹੈ ਜਿੱਦਾਂ ਦੀ ਕਾਂਗਰਸ ਸੀ, ਉਹਨਾਂ ਨੇ ਵੀ ਬੈਨ ਕੀਤਾ ਸੀ, ਅਸੀਂ ਵੀ ਬੈਨ ਕਰਤਾ। ਸੋ ਇਹ ਬੈਨ ਜਸਟੀਫਾਈ ਹੋ ਜਾਂਦਾ ਹੈ ਕਿ ਕਿਸੇ ਬ੍ਰੌਡਕਾਸਟਰ ਤੇ ਤੁਸੀਂ ਉਸ ਤੋਂ ਬਾਅਦ ਉੱਤੇ ਪ੍ਰੈਸ਼ਰ ਕ੍ਰੀਏਟ ਕਰੋ ਜਾਂ ਉਹਦੇ ਤੇ ਰਿਵੈਂਜ ਪੋਲਿਟਿਕਸ ਜੀ ਸ਼ੁਰੂ ਕਰ ਦਿਓ ਆਪਣੀ। ਸੋ ਇਹ ਇੱਕ ਸੈਲਫ ਕੰਟਰਾਡਿਕਟਰੀ ਬਿਆਨ ਹੈ। ਜਾਂ ਫਿਰ ਉਹ ਇਹ ਕਹਿ ਰਹੇ ਨੇ ਕਿ ਤੁਸੀਂ ਸਾਰੇ ਵੋਟਰ ਭਾਵੇਂ BJP ਚੁਣੋ ਭਾਵੇਂ ਕਾਂਗਰਸ,
ਅੰਦਰੋਂ ਅਸੀਂ ਸਾਰੇ ਇੱਕ ਤਰ੍ਹਾਂ ਦੇ ਹੀ ਆ, ਉਹਨਾਂ ਨੇ ਵੀ ਬੈਨ ਕੀਤਾ ਸੀ ਤੇ ਅਸੀਂ ਵੀ ਬੈਨ ਕਰ ਦਿੱਤਾ ਹੈ ਜਿਹੜੀ ਚੀਜ਼ ਸਾਨੂੰ ਸੂਟ ਨਹੀਂ ਕੀਤੀ। ਸੋ ਵਨ ਇਜ਼ ਦਿਸ ਦੈਟ ਇਜ਼ ਵੈਰੀ ਸਟ੍ਰਾਈਕਿੰਗ। ਦੀ ਅਦਰ ਪੁਆਇੰਟ ਦੈਟ ਆਈ ਵਾਂਟਡ ਟੂ ਮੇਕ ਟੂਡੇ ਵਾਜ਼ ਕਿ BBC ਤੇ ਰੇਡਸ ਇੰਡੀਆ 'ਚ ਹੋ ਰਹੀ ਹੈ, ਮੁੰਬਈ ਤੇ ਦਿੱਲੀ। ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਕਿਸੇ ਮੀਡੀਆ ਹਾਊਸ ਤੇ ਸਰਕਾਰ ਵੱਲੋਂ, ਸੱਤਾ ਧਿਰ ਵੱਲੋਂ ਰੇਡ ਕਰਵਾਈ ਗਈ ਹੋਵੇ। ਇਹ ਪਹਿਲੀ ਵਾਰੀ ਨਹੀਂ ਹੈ, ਇਹ ਪਹਿਲਾਂ ਵੀ ਹੁੰਦਾ ਰਿਹਾ ਹੈ। ਦੈਨਿਕ ਭਾਸਕਰ, ਭਾਰਤ ਸਮਾਚਾਰ, NDTV ਬਿਫੋਰ ਅਡਾਨੀ, ਨਿਊਜ਼ ਲਾਂਡਰੀ, ਦ ਵਾਇਰ, ਨਿਊਜ਼ ਕਲਿੱਕ, ਆਲਟ ਨਿਊਜ਼, ਇਹ ਤਮਾਮ ਉਹ ਪਲੇਟਫਾਰਮਸ ਨੇ, ਨਿਊਜ਼ ਪਲੇਟਫਾਰਮਸ ਜਿਨ੍ਹਾਂ ਤੇ ਸਰਕਾਰ, ਸੱਤਾ ਧਿਰ ਵੱਲੋਂ ਪਿੱਛੇ ਇਨ ਦ ਰੀਸੈਂਟ ਪਾਸਟ IT ਸਰਵੇਜ਼ ਵੀ ਕੀਤੇ ਗਏ ਨੇ, ਇਨਕਮ ਟੈਕਸ ਸਰਵੇਜ਼ ਤੇ ਰੇਡਸ ਵੀ ਕੀਤੀਆਂ ਗਈਆਂ ਨੇ। ਸੋ ਇੱਥੋਂ ਹੁਣ ਸਵਾਲ ਇਹ ਨਿਕਲ ਕੇ ਆਉਂਦਾ ਹੈ ਕਿ ਕੀ ਸਾਡੇ ਦੇਸ਼ 'ਚ ਫਰੀडम ਆਫ ਪ੍ਰੈਸ ਉਹ ਸਪਰੈਸ ਕੀਤੀ ਜਾ ਰਹੀ ਹੈ? ਹਾਂਜੀ, ਕੀਤੀ ਜਾ ਰਹੀ ਹੈ, ਨਜ਼ਰ ਆ ਰਿਹਾ ਸਭ ਨੂੰ। ਔਰ ਇਹ ਮੈਂ ਨਹੀਂ, ਇਹ ਜਿਹੜਾ ਰਿਪੋਰਟਰਸ ਵਿਦਆਊਟ ਬਾਰਡਰਸ ਜਿਹੜਾ ਪ੍ਰੈਸ ਫਰੀडम ਇੰਡੈਕਸ ਹੈ ਉਹ ਵੀ ਕਹਿ ਰਿਹਾ ਹੈ। ਇਹ 180 ਕੰਟਰੀਜ਼ ਤੋਂ 180 ਕੰਟਰੀਜ਼ 'ਚੋਂ ਇੰਡੀਆ ਪ੍ਰੈਸ ਫਰੀडम 'ਚ 150ਵੇਂ ਨੰਬਰ 'ਤੇ ਹੈ। ਹੁਣ ਇਹ ਨਾ ਰੇਟਸ ਤੋਂ ਬਾਅਦ ਪਤਾ ਨਹੀਂ ਹੋਰ ਕਿੱਥੇ ਅਸੀਂ ਸਲਿੱਪ ਕਰਾਂਗੇ। ਸੋ ਸਾਡੇ ਦੇਸ਼ 'ਚ ਪ੍ਰੈਸ ਫਰੀडम ਨੂੰ ਲੈ ਕੇ ਆਲਰੇਡੀ ਬਹੁਤ ਅਲਾਰਮਿੰਗ ਹਾਲਾਤ ਨੇ। ਜ਼ਿਆਦਾਤਰ ਨਿਊਜ਼ ਪਲੇਟਫਾਰਮਸ ਇੱਦਾਂ ਨੇ, ਤੁਸੀਂ ਕੋਈ ਇੱਕ ਨਿਊਜ਼ ਚੈਨਲ ਦਾ ਨਾਮ ਦੱਸ ਦਿਓ ਮੈਨੂੰ ਨੈਸ਼ਨਲ ਪਲੇਟਫਾਰਮ ਦਾ ਜਿਹਨੂੰ ਤੁਸੀਂ ਖੁੱਲ੍ਹ ਕੇ ਕਹਿ ਸਕਦੇ ਹੋ ਕਿ ਇਹ ਬਾਇਸਡ ਨਹੀਂ ਹੈ, ਇਹ ਸੱਤਾ ਧਿਰ ਨੂੰ ਸਵਾਲ ਪੁੱਛਣ ਦੀ ਹਿੰਮਤ ਰੱਖਦਾ ਹੈ। ਕੋਈ ਇੱਕ ਪਲੇਟਫਾਰਮ ਦਾ ਨਾਮ ਦੇ ਦਿਓ। ਡਿਜੀਟਲ ਪਲੇਟਫਾਰਮ ਹੀ ਹੈ ਥੋੜ੍ਹਾ ਬਹੁਤ ਜਿੱਥੇ ਹੁਣ ਸਰਵਾਈਵ ਕਰ ਰਹੇ ਨੇ ਬੇਬਾਕ ਆਵਾਜ਼ਾਂ ਤੇ ਸਵਾਲ ਪੁੱਛਣ ਵਾਲੇ ਨੁਮਾਇੰਦੇ ਫਰੋਮ ਦ ਪ੍ਰੈਸ ਵਰਲਡ। ਸੋ ਬਹਰਹਾਲ ਇਹ ਸਭ ਕੁਝ ਹੋ ਰਿਹਾ ਹੈ, ਬਟ ਇਹਦੇ ਵਿਚਕਾਰ ਵੀ ਜਿਹੜਾ ਇਹ BBC ਦੇ ਉੱਤੇ ਇਨਕਮ ਟੈਕਸ ਦੇ ਸਰਵੇ ਚੱਲ ਰਹੇ ਨੇ, ਇਹਦੇ ਤੇ ਐਡੀਟਰਸ ਗਿਲਡ ਆਫ ਇੰਡੀਆ ਤੇ ਪ੍ਰੈਸ ਕਲੱਬ ਆਫ ਇੰਡੀਆ ਨੇ ਕੜਾ ਇਤਰਾਜ਼ ਜ਼ਾਹਿਰ ਕੀਤਾ ਹੈ, ਕੜੀ ਨਿੰਦਾ ਕੀਤੀ ਹੈ ਇਹਨਾਂ ਰੇਟਸ ਦੀ, ਇਹਨਾਂ ਸਰਵੇਜ਼ ਦੀ, ਕਿਉਂਕਿ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਦ ਵੇ ਇਟ ਇਜ਼ ਕੰਡਕਟਿਡ ਐਂਡ ਵੈਨ ਇਟ ਇਜ਼ ਕੰਡਕਟਿਡ ਇਜ਼ ਵੈਰੀ ਵੈਰੀ ਸਕੈਰੀ। ਕਿਉਂਕਿ ਇਹ ਇੱਕ ਤਰ੍ਹਾਂ ਨਾਲ ਡਰ ਬਿਠਾਉਣ ਦਾ ਮੋਡਸ ਆਪਰੈਂਡੀ ਲੱਗ ਰਹੀ ਹੈ ਕਿ ਇਹੀ ਟਾਈਮ ਚੁਣਨਾ ਸੀ ਉਹਨਾਂ ਨੇ ਕਿ BBC ਇੱਕ ਡਾਕੂਮੈਂਟਰੀ ਬਣਾਉਂਦਾ ਹੈ, ਉਹਨੂੰ ਔਨ 에ਅਰ ਕਰਦਾ ਹੈ ਤੇ ਉਹ ਇੱਕ ਪਰਟੀਕੂਲਰ ਪਾਰਟੀ ਨੂੰ ਉਹਦੀਆਂ ਸੈਂਸਿਬਿਲਿਟੀਜ਼ ਨੂੰ ਸੂਟ ਨਹੀਂ ਕਰਦੀ ਹੈ ਤੇ ਉਹ ਕਹਿ ਦਿੰਦੇ ਨੇ ਕਿ ਇਹ ਇੰਡੀਆ ਤੇ ਹਮਲਾ ਹੈ। ਇਸ ਕਰਕੇ ਇਹ ਹੋਰ ਵੀ ਜ਼ਿਆਦਾ ਅਲਾਰਮਿੰਗ ਹੋ ਜਾਂਦੀ ਹੈ। ਦੂਜੇ ਪਾਸੇ ਸਰਕਾਰ ਇਹ ਵੀ ਕਹਿੰਦੀ, ਨੈਗੇਟ ਕਰਦੀ ਨਜ਼ਰ ਆਉਂਦੀ ਹੈ ਕਿ ਵਾਟਸ ਦ ਬਿਗ ਡੀਲ, ਹੂ ਇਜ਼ BBC ਐਂਡ ਹਾਊ ਡੂ ਵੀ ਕੇਅਰ ਅਬਾਊਟ ਦ ਡਾਕੂਮੈਂਟਰੀ। ਦੈਨ ਫਿਰ ਉਹ ਦਿਖਾਉਣ 'ਚ ਕੀ ਇਤਰਾਜ਼ ਸੀਗਾ? ਫਿਰ ਇਸ ਡਾਕੂਮੈਂਟਰੀ ਦੀ ਵਜ੍ਹਾ ਨਾਲ ਇੰਨਾ ਵੱਡਾ ਹੋ ਹੱਲਾ ਮਚਾਉਣ ਦੀ ਵੀ ਕੀ ਲੋੜ ਸੀ? ਇਹਨੂੰ ਇੰਡੀਆ ਤੇ ਅਟੈਕ ਕਹਿਣ ਦੀ ਕੀ ਲੋੜ ਸੀ? ਜੇ ਉਹ ਇੰਨਾ ਹੀ ਪੁਰਾਣਾ ਮੈਟਰ ਹੈ ਜਾਂ ਉਹਦੇ ਬਾਰੇ ਸਾਰੀਆਂ ਚਰਚਾਵਾਂ ਹੋ ਚੁੱਕੀਆਂ ਹੈ, ਨਥਿੰਗ ਟੂ ਡਿਸਕਸ ਮੋਰ ਹੈ, ਤੇ ਫਿਰ ਉਹਨੂੰ ਬੈਨ ਕਰਨ ਦੀ, ਬਲੌਕ ਕਰਨ ਦੀ ਇੰਨੀ ਲੋੜ ਕੀ ਪੈ ਗਈ ਸੀ? ਤੇ ਹੁਣ ਉਹਨੂੰ ਰਿਵੈਂਜ ਦੀ ਤਰ੍ਹਾਂ ਹੀ ਦੇਖਿਆ ਜਾ ਰਿਹਾ ਇਸ ਵੇਲੇ। ਅੱਜ ਦੀ ਜੋ ਕਾਰਵਾਈ ਰਹੀ ਹੈ ਹੁਣ ਤੱਕ ਦੀ ਇਨਕਮ ਟੈਕਸ ਡਿਪਾਰਟਮੈਂਟ ਦੀ, ਉਹਨਾਂ ਨੇ ਨਾ ਸਿਰਫ ਐਡੀਟੋਰੀਅਲ ਕੰਟੈਂਟ ਜਿਹੜਾ ਸਰਮਾਇਆ ਹੁੰਦਾ ਕਿਸੇ ਵੀ ਨਿਊਜ਼ ਪਲੇਟਫਾਰਮ ਦਾ, ਉਹਨੂੰ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ, ਉਹਨੂੰ ਕਬਜ਼ੇ 'ਚ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ, ਕਿਉਂਕਿ ਉਹ ਇਨਕਮ ਟੈਕਸ ਨਾਲ ਕਿੱਦਾਂ ਜੋੜਦੇ ਨੇ ਇਹ ਵੀ ਇੱਕ ਦੇਖਣ ਵਾਲਾ ਇੰਟਰਸਟਿੰਗ ਸਵਾਲ ਹੋਏਗਾ। ਐਡੀਟਰ ਲੈਵਲ ਦੇ, ਸੀਨੀਅਰ ਲੈਵਲ ਦੇ ਜਿਹੜੇ ਉੱਥੇ ਲੋਕ ਕੰਮ ਕਰ ਰਹੇ ਨੇ, ਉਹਨਾਂ ਦੇ ਫੋਨਸ ਨੂੰ ਕਲੋਨ ਵੀ ਕੀਤਾ ਗਿਆ ਹੈ। ਪ੍ਰਾਈਵੇਸੀ, ਲੋਕਾਂ ਦੀ ਪ੍ਰਾਈਵੇਸੀ ਦੇ ਉੱਤੇ ਅਟੈਕ ਹੈ ਇਹ, ਜਿਹੜੀ ਜਰਨਲਿਸਟ ਹੈ ਖਾਸ ਤੌਰ 'ਤੇ ਉਹਨਾਂ ਦੇ, ਕਿਉਂਕਿ ਜਰਨਲਿਸਟ ਨੂੰ ਪੂਰਾ ਅਧਿਕਾਰ ਹੁੰਦਾ ਹੈ ਬਾਈ ਦੀ ਕਨਸਟੀਟਿਊਸ਼ਨ ਆਫ ਇੰਡੀਆ ਕਿ ਉਹ ਆਪਣੇ ਸੋਰਸਿਸ ਰਿਵੀਲ ਨਾ ਕਰੇ। ਉਹਦੇ ਬਹੁਤ ਸਾਰਾ ਡੇਟਾ ਹੋ ਸਕਦਾ ਜਿਹੜਾ ਅੱਗੇ ਦੇਸ਼ ਲਈ ਕੰਮ ਆ ਸਕਦਾ, ਉਹਦੇ ਫੋਨਸ 'ਚੋਂ ਖੰਗਾਲਣ ਦੀ ਕੋਸ਼ਿਸ਼ ਹੋ ਰਹੀ ਹੈ ਇਨ ਦ ਨੇਮ ਆਫ ਇਨਕਮ ਟੈਕਸ। ਅਤੇ ਇਨਕਮ ਟੈਕਸ ਦੀਆਂ ਕੀ ਇਰੈਗੂਲਰਿਟੀਜ਼ ਸਾਹਮਣੇ ਲਿਆਉਂਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ। ਹੁਣ ਇਨਕਮ ਟੈਕਸ ਲਈ ਜ਼ਰੂਰ ਡਿਪਾਰਟਮੈਂਟ ਲਈ ਇਹ ਇੱਕ ਚੈਲੰਜ ਉਹਨਾਂ ਨੂੰ ਲੈਣਾ ਚਾਹੀਦਾ, ਕਿਉਂਕਿ ਉਹਨਾਂ ਦਾ ਜਿਹੜਾ ਇਹ ਸਰਵੇ ਹੈ ਇਹਦੇ ਕਰਕੇ ਪੂਰੇ ਵਰਲਡ ਦੀ ਅਟੈਂਸ਼ਨ ਇਸ ਵੇਲੇ ਇੰਡੀਆ 'ਤੇ ਹੈ, ਕਿਉਂਕਿ ਇਹ ਕਿਸੇ ਇਨ ਹਾਊਸ ਇੰਡੀਆ ਦੇ ਨਿਊਜ਼ ਪਲੇਟਫਾਰਮ 'ਤੇ ਅਸੀਂ ਸਰਵੇ ਜਾਂ ਰੇਡ ਨਹੀਂ ਕੀਤੀ ਹੈ। ਇੱਕ ਇੰਟਰਨੈਸ਼ਨਲ ਪਲੇਟਫਾਰਮ ਹੈ, UK ਦਾ ਪਬਲਿਕ ਬ੍ਰੌਡਕਾਸਟਰ ਹੈਗਾ ਹੈ BBC। ਪਬਲਿਕ ਬ੍ਰੌਡਕਾਸਟਰ ਮਤਲਬ ਇਹਦੇ 'ਚ ਪਬਲਿਕ ਦਾ ਪੈਸਾ ਲੱਗਾ ਹੋਇਆ ਹੈ, UK ਦਾ ਇਹ। ਅਤੇ ਇਹਦੇ 'ਤੇ ਜੇ ਤੁਸੀਂ ਅਟੈਕ ਕਰਦੇ ਹੋ ਤਾਂ ਤੁਹਾਨੂੰ ਜਸਟੀਫਾਈ ਕਰਨਾ ਪੈਣਾ ਹੈ। ਕੱਲ੍ਹ ਨੂੰ ਦੱਸੋ ਕਿ ਕੀ ਹੋਇਆ ਸੀਗਾ, ਕਿਹੜਾ ਐਡਾ ਅਲਾਰਮਿੰਗ ਡੇਟਾ ਸੀਗਾ ਜਿਹੜਾ ਤੁਹਾਡੇ ਤੱਕ ਪਹੁੰਚਿਆ, ਕਿਹੜੀ ਟੈਕਸ ਦੀ ਚੋਰੀ ਸੀ ਜਿਹੜੀ ਤੁਸੀਂ ਸਾਹਮਣੇ ਲਿਆਂਦੀ ਹੈ। ਸਾਰੇ ਦੁਨੀਆ ਦੀਆਂ ਨਜ਼ਰਾਂ ਹੈ ਹੁਣ ਸਾਡੇ ਦੇਸ਼ ਤੇ ਇਨਕਮ ਟੈਕਸ ਡਿਪਾਰਟਮੈਂਟ ਤੇ ਕਿ ਇਹ ਕੀ ਖੋਜ ਕੱਢਦੇ ਨੇ, ਕਿਹੜਾ ਟੈਕਸ ਦੀ ਚੋਰੀ ਹੈ ਜਿਹੜੀ ਜਿਹਨੂੰ ਇਹ ਸਰਫੇਸ ਕਰਦੇ ਨੇ, ਸਭ ਦੇ ਸਾਹਮਣੇ ਲਿਆਂਦੇ ਨੇ। ਕਿਉਂਕਿ ਸਾਡੇ ਦੇਸ਼ ਦੇ ਇੰਸਟੀਟਿਊਸ਼ਨਸ ਨੂੰ ਦੇ ਹੈਵ ਟੂ ਕਮ ਕਲੀਅਰ ਨਾਓ, ਕਿਉਂਕਿ ਬਹੁਤ ਵਾਰੀ ਇਲਜ਼ਾਮ ਲੱਗਦੇ ਆ ਰਹੇ ਨੇ ਇਹਨਾਂ 'ਤੇ ਕਿ ਇਹ ਸਾਰੇ ਇੰਸਟੀਟਿਊਸ਼ਨ ਸਰਕਾਰ ਦੇ ਪਿਆਦੇ ਬਣ ਚੁੱਕੇ ਨੇ, ਸਰਕਾਰ ਇਹਨਾਂ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰਦੀ ਹੈ।
ਸੱਤਾ ਧਿਰ ਇਹਨਾਂ ਨੂੰ ਆਪਣੇ ਫਾਇਦੇ ਦੇ ਲਈ, ਆਪਣੇ ਨਫੇ ਨੁਕਸਾਨ ਦੇ ਹਿਸਾਬ ਨਾਲ ਯੂਜ਼ ਕਰਦੀ ਹੈ। ਸੋ ਦੇ ਹੈਵ ਟੂ ਪ੍ਰੂਵ ਦੈਟ ਦੇ ਆਰ ਇੰਡੀਪੈਂਡੈਂਟ ਬੋਡੀ ਐਂਡ ਦੇ ਵਰ ਏਬਲ ਟੂ ਫਾਈਂਡ ਸਮਥਿੰਗ ਵਰਥ ਵਾਈਲ ਸ਼ੇਅਰਿੰਗ, ਕਿਉਂਕਿ ਇਟਸ ਵੀ ਡੋਂਟ ਸੇ ਦੈਟ ਜਿਹੜੇ ਟੈਕਸ ਚੋਰ ਹੈ ਉਹਨਾਂ ਨੂੰ ਫੜਨਾ ਨਹੀਂ ਚਾਹੀਦਾ ਹੈ, ਜਿੱਥੇ ਟੈਕਸ ਦੀ ਕੋਈ ਗੜਬੜ ਨਜ਼ਰ ਆ ਰਹੀ ਹੈ ਉੱਥੇ ਉਹਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਬਟ ਦ ਵੇ ਇਟ ਇਜ਼ ਡਨ ਇਜ਼ ਦ ਪ੍ਰੋਬਲਮ। ਜਿੱਦਾਂ ਤੁਸੀਂ ਇੱਕ ਇਨਕਮ ਟੈਕਸ ਰੇਡ ਕਰ ਰਹੇ ਹੋ, ਠੀਕ ਹੈ, ਪਰ ਉਹ ਸੱਤਾ ਧਿਰ ਦੇ ਨੁਮਾਇੰਦੇ ਫਿਰ ਉਸ ਹਾਊਸ 'ਤੇ ਜਿਹਦੇ 'ਤੇ ਇਹ ਹੋ ਰਹੇ ਨੇ ਇਸ ਵੇਲੇ ਸਰਵੇਸ ਚੱਲ ਰਹੇ ਨੇ, ਰੇਡਸ ਚੱਲ ਰਹੀਆਂ ਨੇ, ਉਹਦੇ 'ਤੇ ਜਿੱਦਾਂ ਹਮਲਾਵਰ ਨੇ, ਜਿੱਦਾਂ ਉਹਨੂੰ ਆਲਰੇਡੀ ਤੁਸੀਂ ਪ੍ਰੂਵ ਕਰ ਦਿੱਤਾ ਹੈ ਗਿਲਟੀ, ਉਹ ਗਲਤ ਹੈ। ਉਹਦੇ ਲਈ ਉਹਦਾ ਨਾਮ ਖਰਾਬ ਕਰਨ ਦੀ ਇੱਕ ਸੋਚੀ ਸਮਝੀ ਰਣਨੀਤੀ ਨਜ਼ਰ ਆਉਂਦੀ ਹੈ। ਸੋ ਪ੍ਰੈਸ ਫਰੀडम ਦਾ ਬੁਰਾ ਹਾਲ ਹੈ, ਤੇ ਹੁਣ ਥੋੜੀ ਬਹੁਤ ਜੇ ਕੋਈ ਹੋਪ ਬਚੀ ਹੈ, ਜਿਹੜਾ ਸਕੋਪ ਬਚਿਆ ਹੈ, ਤੇ ਉਹ ਡਿਜੀਟਲ ਪਲੇਟਫਾਰਮਸ ਤੇ ਰਹਿ ਗਿਆ ਹੈ। ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖਿਓ ਕਿ ਕੋਈ ਇਦਾਂ ਦਾ ਚੈਨਲ ਹੈ ਨੈਸ਼ਨਲ ਪਲੇਟਫਾਰਮ ਤੇ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਸੱਤਾ ਧਿਰ ਤੋਂ ਸਵਾਲ ਪੁੱਛਣ ਦਾ ਜਾਂ ਤੁਹਾਡੇ ਅਸਲ ਮੁੱਦੇ ਸਾਹਮਣੇ ਰੱਖਣ ਦਾ ਜਿਗਰਾ ਰੱਖਦਾ ਹੈ।